बहुत अरसा गुजरिया है ओ फिर भी याद होंदे ने। ओ सच लही जान दा जज्बा जगाउंदे ने। ओ सच लही जान दा जज्बा जगाउंदे ने। बहुत अरसा गुजरिया है ओ फिर भी याद होंदे ने। 20ਵੀਂ सदी ਦੇ ਰਾਜਨੀਤਿਕ ਦ੍ਰਿਸ਼ ਤੋਂ ਜੇ ਥੋੜ੍ਹਾ ਜਿਹਾ ਹਟ ਕੇ ਗੱਲ ਕਰਨੀ ਹੋਵੇ ਤੇ 20ਵੀਂ ਸਦੀ ਦੇ ਸਾਹਿਤਕ ਸੱਭਿਆਚਾਰਕ ਇਤਿਹਾਸ ਦੇ ਹਵਾਲੇ ਨਾਲ ਮੈਂ ਆਪਣੀ ਗੱਲ ਕਰਨੀ ਚਾਹਾਂ ਤਾਂ ਮੈਨੂੰ ਲੱਗਦਾ ਹੈ ਕਿ ਸਰਦਾਰ ਗੁਰਸ਼ਰਨ ਸਿੰਘ ਦਾ ਉਦੈ ਪੰਜਾਬੀ ਦੇ ਸਾਹਿਤਕ ਸੱਭਿਆਚਾਰਕ ਜੀਵਨ ਵਿੱਚ ਇੱਕ ਇਤਿਹਾਸਕ ਘਟਨਾ ਦਾ ਮਹੱਤਵ ਰੱਖਦਾ ਹੈ। ਮੈਂ ਸਮਝਦਾ ਕਿ ਪੰਜਾਬ ਦੇ ਸਾਹਿਤ ਤੇ ਸੱਭਿਆਚਾਰਕ ਦ੍ਰਿਸ਼ ਨੂੰ ਪ੍ਰਭਾਵਿਤ ਕਰਨ ਵਾਲੀਆਂ 20ਵੀਂ ਸਦੀ ਦੀਆਂ 3 ਬਹੁਤ ਵਡੇਰੀਆਂ ਸ਼ਖਸੀਅਤਾਂ ਹੋਈਆਂ ਨੇ। ਉਹਨਾਂ ਵਿੱਚੋਂ ਮੈਂ ਪਹਿਲੇ ਭਾਈ ਵੀਰ ਸਿੰਘ ਦੀ ਗੱਲ ਕਰਨੀ ਚਾਹੁੰਦਾ ਹਾਂ, ਉਸ ਤੋਂ ਬਾਅਦ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਗੱਲ ਕਰਨੀ ਚਾਹੁੰਦਾ ਹਾਂ, ਔਰ ਤੀਜੀ ਸ਼ਖਸੀਅਤ ਹੈ ਸਰਦਾਰ ਗੁਰਸ਼ਰਨ ਸਿੰਘ ਦੀ। ਜਿੱਥੋਂ ਤੱਕ ਭਾਈ ਵੀਰ ਸਿੰਘ ਦਾ ਸਵਾਲ ਹੈ, ਉਸ ਨੇ ਸਿੰਘ ਸਭਾ ਲਹਿਰ ਦੇ ਆਗੂ ਦੇ ਤੌਰ ਤੇ ਵਿਚਰ ਕੇ ਔਰ ਇੱਕ ਵੱਡੇ ਸ਼ਾਇਰ ਤੇ ਵੱਡੇ ਨਾਵਲਕਾਰ ਦੇ ਤੌਰ ਉੱਤੇ ਪੰਜਾਬੀ ਸਾਹਿਤ ਵਿੱਚ ਵੀ ਨਵੀਆਂ ਪੈੜਾਂ ਪਾਈਆਂ ਤੇ ਸਿੰਘ ਸਭਾ ਦੇ ਵਿਚਾਰਧਾਰਕ ਪੈਂਤੜੇ ਤੋਂ ਸਿੱਖ ਮਾਸਸ ਨੂੰ ਬਹੁਤ ਵੱਡੇ ਪੱਧਰ ਉੱਤੇ ਮੁਤਾਸਰ ਕੀਤਾ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਾਈ ਵੀਰ ਸਿੰਘ ਦੇ ਪ੍ਰਭਾਵ ਦਾ ਦਾਇਰਾ ਜਿਹੜਾ ਹੈ ਉਹ ਨਰੋਲ ਸਿੱਖ ਮਾਸਸ ਤੱਕ ਹੈ ਔਰ ਉਹ ਵੀ ਬੁੱਧੀਮਾਨ ਵਰਗ ਤੱਕ ਸੀਮਤ ਹੈ। ਸਰਦਾਰ ਗੁਰਬਖਸ਼ ਸਿੰਘ ਦੇ ਨਾਲ ਇਹ ਦਾਇਰਾ ਮੋਕਲਾ ਹੁੰਦਾ ਹੈ ਔਰ ਗੁਰਬਖਸ਼ ਸਿੰਘ ਸਿੱਖ ਵਰਗ ਦੀ ਨਹੀਂ, ਇਨਸਾਨੀਅਤ ਦੀ, ਮਾਨਵਤਾ ਦੀ ਗੱਲ ਕਰਦਾ ਹੈ ਔਰ ਪੰਜਾਬੀ ਸਾਹਿਤ ਵਿੱਚ, ਪੰਜਾਬੀ ਸੋਚ ਵਿੱਚ ਪਹਿਲੀ ਵਾਰ ਵਿਗਿਆਨਕ ਸੋਚ ਦੀ, ਤਰਕ ਦੀ ਚਿਣਗ ਬਾਲਦਾ ਹੈ ਔਰ ਪ੍ਰੀਤਲੜੀ ਦੀ ਸੰਪਾਦਨਾ ਕਰਕੇ ਆਪਣੀਆਂ ਲਿਖਤਾਂ ਦੇ ਮਾਧਿਅਮ ਰਾਹੀਂ ਜਿੱਥੇ ਉਸਨੇ ਸੰਪਾਦਨਾ ਦੇ ਖੇਤਰ ਦੇ ਵਿੱਚ ਔਰ ਪੰਜਾਬੀ ਵਾਰਤਕ ਦੇ ਖੇਤਰ ਦੇ ਵਿੱਚ ਇੱਕ ਬੁਲੰਦੀ ਨੂੰ ਛੋਹਿਆ, ਉੱਥੇ ਆਪਣੇ ਵਿਚਾਰਧਾਰਕ ਪੱਖ ਤੋਂ ਜਿਹੜਾ ਵੀ ਉਸ ਵੇਲੇ ਪੰਜਾਬੀ ਪੜ੍ਹਨ ਵਾਲਾ ਕੋਈ ਵਿਅਕਤੀ ਸੀ ਉਸ ਨੂੰ ਆਪਣੀ ਸੋਚ ਦੇ ਸੂਰਜੀ ਦਾਇਰੇ ਦੇ ਵਿੱਚ ਸਮੇਟ ਲਿਆ। ਤੋ ਪਿਛਲੇ ਦੌਰ ਦੀਆਂ ਜਿਹੜੀਆਂ 5-6 ਪੀੜ੍ਹੀਆਂ ਹੋਈਆਂ ਨੇ ਜਿਨ੍ਹਾਂ ਨੇ ਪੰਜਾਬੀ ਪੜ੍ਹੀ ਹੈ ਔਰ ਪ੍ਰੀਤਲੜੀ ਦੇ ਨਾਲ ਉਹ ਵਸਦਾ ਰਹੇ ਨੇ, ਉਹ ਗੁਰਬਖਸ਼ ਸਿੰਘ ਦੇ ਚਿੰਤਨ ਤੋਂ, ਉਹਦੀ ਸੋਚ ਤੋਂ, ਉਹਦੀ ਵਿਗਿਆਨਕ ਚੇਤਨਾ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੇ। ਉਹਨਾਂ ਵਿੱਚ ਗੁਰਸ਼ਰਨ ਸਿੰਘ ਖੁਦ ਵੀ ਆਪ ਹੈ। ਗੁਰਸ਼ਰਨ ਸਿੰਘ ਦੇ ਪਰਿਵਾਰ ਦੇ ਵਿੱਚ ਉਹਦੇ ਵੱਡੇ ਭਰਾ ਦੇ ਰਾਹੀਂ ਪ੍ਰੀਤਲੜੀ ਜਿਹੜੀ ਇਹ ਆਉਂਦੀ ਹੈ ਔਰ ਗੁਰਬਖਸ਼ ਸਿੰਘ ਦਾ ਭਰਾ ਵੀ ਔਰ ਗੁਰਸ਼ਰਨ ਸਿੰਘ ਹੋਰਾਂ ਦਾ ਭਰਾ ਜਿਹੜਾ ਹੈ ਉਹ ਵੀ, ਤੇ ਗੁਰਸ਼ਰਨ ਸਿੰਘ ਖੁਦ ਵੀ ਪ੍ਰੀਤਲੜੀ ਤੋਂ ਪ੍ਰੇਰਿਤ ਹੋ ਕੇ ਵਿਗਿਆਨਕ ਚੇਤਨਾ ਦੇ ਲੜ ਲੱਗਦੇ ਨੇ। ਪਰ ਜਦੋਂ ਅਸੀਂ ਉਹਨਾਂ ਦੇ ਇਤਿਹਾਸਿਕ ਵਿਕਾਸ ਨੂੰ ਵੇਖਦੇ ਹਾਂ ਤੇ ਅਸੀਂ ਵੇਖਦੇ ਹਾਂ ਕਿ ਗੁਰਸ਼ਰਨ ਸਿੰਘ ਜਿਹੜੇ ਨੇ ਉਹ ਰਿਲੇ ਰੇਸ ਦਾ ਬੈਟਨ ਜਿਹੜਾ ਹੈ ਉਹ ਗੁਰਬਖਸ਼ ਸਿੰਘ ਤੋਂ ਫੜ ਕੇ ਇੱਕ ਬਹੁਤ ਵੱਡੇ ਵਿਆਪਕ ਦਾਇਰੇ ਤੱਕ ਉਸ ਨੂੰ ਲੈ ਕੇ ਜਾਂਦੇ ਨੇ। ਜੋ ਤੱਕ ਭਾਈ ਵੀਰ ਸਿੰਘ ਦਾ ਸੰਬੰਧ ਸੀ ਤੇ ਜੋ ਤੱਕ ਗੁਰਬਖਸ਼ ਸਿੰਘ ਦਾ ਸੰਬੰਧ ਹੈ, ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਇਹਨਾਂ ਦਾ ਸੰਬੰਧ ਜਿਹੜਾ ਹੈ ਪੰਜਾਬੀ ਸਮਾਜ ਦੇ ਬੌਧਿਕ ਹਲਕਿਆਂ ਤੱਕ ਸੀਮਤ ਹੈ। ਪਰ ਇਹ ਸਰਦਾਰ ਗੁਰਸ਼ਰਨ ਸਿੰਘ ਹੈ ਜਿਸ ਨੇ ਆਪਣੀ ਕਲਾ ਦੇ ਰਾਹੀਂ, ਆਪਣੇ ਚਿੰਤਨ ਦੇ ਰਾਹੀਂ, ਆਪਣੀ ਸੋਚ ਦੇ ਰਾਹੀਂ
ਪੰਜਾਬ ਦੇ ਬਹੁਤਕ ਵਰਗ ਨੂੰ ਵੀ ਟੁੰਬਿਆ ਔਰ ਪੰਜਾਬ ਦਾ ਆਮ ਪਿੰਡਾਂ ਵਿੱਚ ਰਹਿੰਦਾ ਹੋਇਆ ਕਿਸਾਨਾਂ, ਮਜ਼ਦੂਰਾਂ, ਮਿਹਨਤ ਕਸ਼ਾਂ ਦਾ ਜਿਹੜਾ ਇੱਕ ਬਹੁਤ ਵੱਡਾ ਵਿਆਪਕ ਵਰਗ ਹੈ, ਜਿਨ੍ਹਾਂ ਦੇ ਕੋਲ ਕੋਈ ਫਾਰਮਲ ਐਜੂਕੇਸ਼ਨ ਵੀ ਨਹੀਂ ਹੈਗੀ, ਉਹਨਾਂ ਤੱਕ ਆਪਣੇ ਵਿਚਾਰਾਂ ਨੂੰ ਲੈ ਕੇ ਜੇ ਕੋਈ ਬੰਦਾ ਪੰਜਾਬ ਦੇ ਸਾਹਿਤਕ ਸੱਭਿਆਚਾਰਕ ਇਤਿਹਾਸ ਵਿੱਚ ਇੰਨੇ ਵੱਡੇ ਪੱਧਰ ਤੇ ਗਿਆ ਤੇ ਉਹ ਕੇਵਲ ਮੇਰੇ ਹਿਸਾਬ ਦੇ ਨਾਲ ਸਰਦਾਰ ਗੁਰਸ਼ਰਨ ਸਿੰਘ ਹੈ। ਦੂਜੀ ਗੱਲ ਜਿਹੜੀ ਮੈਂ ਇਹਨਾਂ ਦੋਵਾਂ ਵੱਡੀਆਂ ਸ਼ਖਸੀਅਤਾਂ ਪਹਿਲੀਆਂ ਦੇ ਹਵਾਲੇ ਨਾਲ ਤੇ ਗੁਰਸ਼ਰਨ ਸਿੰਘ ਦੇ ਫਰਕ ਦੀ ਗੱਲ ਕਰਨੀ ਚਾਹਾਂਗਾ, ਉਹ ਇਹ ਹੈ ਕਿ ਇਹ ਦੋਵੇਂ ਹਸਤੀਆਂ ਜਿਹੜੀਆਂ ਨੇ ਇਹ ਬਹੁਤ ਵੱਡਾ ਨਾਂ ਸੀ ਇਹਨਾਂ ਦਾ ਆਪਣੇ ਆਪਣੇ ਖੇਤਰ ਦੇ ਵਿੱਚ, ਪਰ ਆਪਣੇ ਦੌਰ ਦੀਆਂ ਜਿਹੜੀਆਂ ਘਟਨਾਵਾਂ ਨੇ, ਇਤਿਹਾਸਕ ਘਟਨਾਵਾਂ ਜੋ ਇਸ ਵੇਲੇ ਭਾਰਤ ਵਿੱਚ ਵਾਪਰ ਰਿਹਾ, ਜੋ ਪੰਜਾਬ ਵਿੱਚ ਵਾਪਰ ਰਿਹਾ, ਜੋ ਸਿਆਸੀ ਤੇ ਰਾਜਨੀਤਿਕ ਉਥਲ-ਪੁਥਲ ਹੋ ਰਹੀ ਹੈ, ਉਹਨਾਂ ਨੂੰ ਸਿੱਧੇ ਤੌਰ ਉੱਤੇ ਮੁਖਾਤਬ ਨਹੀਂ ਹੁੰਦੇ, ਉਹਨਾਂ ਤੋਂ ਟੇਢ ਵੱਟ ਕੇ ਲੰਘ ਜਾਂਦੇ ਨੇ। ਜਿਵੇਂ ਭਾਈ ਵੀਰ ਸਿੰਘ ਜਦੋਂ ਪੰਜਾਬੀ ਜਗਤ ਦੇ ਵਿੱਚ ਕਾਰਜਸ਼ੀਲ ਹੈਗੇ ਨੇ ਤਾਂ ਉਸ ਵੇਲੇ ਹੀ ਪਗੜੀ ਸੰਭਾਲ ਜੱਟਾ ਲਹਿਰ ਜਿਹੜੀ ਹੈ ਉਹ ਉਦੇ ਹੁੰਦੀ ਆ। ਉਸ ਸਮੇਂ ਦੇ ਵਿੱਚ ਹੀ ਕਾਮਾਗਾਟਾ ਮਾਰੂ ਔਰ ਗਦਰ ਪਾਰਟੀ ਦਾ ਜਿਹੜਾ ਕਾਂਡ ਹੈ ਉਹ ਵਾਪਰਦਾ ਹੈ, ਜਲਿਆਂਵਾਲੇ ਬਾਗ ਦਾ ਜਿਹੜਾ ਕਾਂਡ ਹੈ ਉਹ ਵਾਪਰਦਾ ਹੈ, ਪਰ ਭਾਈ ਵੀਰ ਸਿੰਘ ਇਸ ਸਾਰੇ ਦੇ ਬਾਰੇ ਖਾਮੋਸ਼ ਰਹਿੰਦਾ ਹੈ। ਜਦੋਂ ਗਿਆਨੀ ਹੀਰਾ ਸਿੰਘ ਦਰਦ ਨੇ ਇਸ ਗੱਲ ਉੱਤੇ ਚੋਟ ਵੀ ਕੀਤੀ, ਵਿਅੰਗ ਵੀ ਕੀਤਾ ਸ਼ਾਇਰੀ ਦੇ ਰਾਹੀਂ ਕਿ ਏਡੇ ਵੱਡੇ ਸ਼ਾਇਰ ਹੋ ਕੇ ਉਹ ਆਪਣੇ ਸਮੇਂ ਦੀਆਂ ਇਹਨਾਂ ਮਹੱਤਵਪੂਰਨ ਘਟਨਾਵਾਂ ਨੂੰ ਮੁਖਾਤਬ ਕਿਉਂ ਨਹੀਂ ਹੋਏ, ਤੇ ਉਹਦਾ ਮਜ਼ਾਕ ਉਡਾਉਂਦਿਆਂ ਹੋਇਆ ਹੀਰਾ ਸਿੰਘ ਦਰਦ ਦਾ ਤੇ ਕਿਹਾ ਸੀ ਭਾਈ ਵੀਰ ਸਿੰਘ ਨੇ ਕਿ ਬੈਠ ਹੋਏ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ ਵਲਵਲੇ ਦੇ ਦੇਸ਼ ਸਾਡੀਆਂ ਲੱਗੀਆਂ ਨੇ ਯਾਰੀਆਂ। ਤੋ ਉਹਨਾਂ ਨੇ ਮਜ਼ਾਕ ਉਡਾਇਆ ਕਿ ਤੂੰ ਇਹ ਜਿਹੜੇ ਬੌਧਿਕਤਾ ਦੀ ਗੱਲ ਕਰਦਾ ਹੈ, ਜਿਹੜੀ ਸਿਆਸੀ ਉਥਲ ਪੁਥਲ ਦੀ ਗੱਲ ਕਰਦਾ ਹੈ, ਤੂੰ ਇਹਨਾਂ ਨੂੰ ਕਰਦਾ ਰਹਿ, ਪਰ ਸਾਡੀਆਂ ਤਾਂ ਉਸ ਵਲਵਲੇ ਦੇ ਦੇਸ਼ ਵਿੱਚ ਉਸ ਪਰਮਾਤਮਾ ਦੇ ਨਾਲ ਸਿੱਧੀਆਂ ਯਾਰੀਆਂ ਲੱਗੀਆਂ ਹੋਈਆਂ ਨੇ। ਤੋ ਉਸ ਪਰਮਾਤਮਾ ਦੇ ਨਾਲ ਯਾਰੀ ਪਾਉਣ ਦੀ ਥਾਂ ਗੁਰਬਖਸ਼ ਸਿੰਘ ਨੇ ਅਗਲੇ ਪੜਾਅ ਵਿੱਚ ਆ ਕੇ ਯਾਰੀ ਤਾਂ ਲੋਕਾਂ ਦੇ ਨਾਲ ਪਾਈ, ਲੋਕਾਂ ਦੀ ਚੇਤਨਾ ਜਿਹੜੀ ਸੀ ਉਹਨੂੰ ਵਿਕਸਿਤ ਕਰਨ ਦਾ ਯਤਨ ਕੀਤਾ, ਪਰ ਆਪਣੇ ਦੌਰ ਦੀਆਂ ਇਤਿਹਾਸਿਕ ਘਟਨਾਵਾਂ ਨੂੰ ਗੁਰਬਖਸ਼ ਸਿੰਘ ਹੋਰੀ ਵੀ ਮੁਖਾਤਬ ਨਹੀਂ ਹੋਏ। ਉਹਨਾਂ ਦੇ ਦੌਰ ਵਿੱਚ ਹੀ ਭਗਤ ਸਿੰਘ ਨੂੰ ਫਾਂਸੀ ਲੱਗਦੀ ਹੈ, ਉਹਨਾਂ ਦੇ ਦੌਰ ਵਿੱਚ ਹੀ ਆਜ਼ਾਦੀ ਸੰਗਰਾਮ ਦੀਆਂ ਜਿਹੜੀਆਂ ਹੋਰ ਲਹਿਰਾਂ ਨੇ ਉਹ ਉਦੇ ਹੁੰਦੀਆਂ ਨੇ, ਕਾਰਜਸ਼ੀਲ ਹੁੰਦੀਆਂ ਨੇ, ਪਰ ਗੁਰਬਖਸ਼ ਸਿੰਘ ਉਹਨਾਂ ਦੇ ਕੋਲੋਂ ਵੀ ਟੇਢ ਵੱਟ ਕੇ ਲੰਘ ਜਾਂਦਾ ਹੈ। ਇਹ ਗੁਰਸ਼ਰਨ ਸਿੰਘ ਨੂੰ ਹੀ ਕ੍ਰੈਡਿਟ ਜਾਂਦਾ ਹੈ, ਇਹ ਉਹਨੂੰ ਹੀ ਮਾਣ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਵੀ ਉਹਦੇ ਸਮੇਂ ਦੇ ਵਿੱਚ ਮਹੱਤਵਪੂਰਨ ਘਟਨਾਵਾਂ ਹੋਈਆਂ ਨੇ ਉਹਨਾਂ ਨੂੰ ਉਹ ਮੁਖਾਤਬ ਹੋਇਆ, ਔਰ ਮੁਖਾਤਬ ਹੀ ਨਹੀਂ ਹੋਇਆ, ਉਹਦੇ ਵਾਸਤੇ ਮੁੱਲ ਚੁਕਾਉਣ ਵਾਸਤੇ ਵੀ ਤਿਆਰ ਹੋਇਆ। ਔਰ ਮੈਂ ਤਾਂ ਕਹਾਂਗਾ ਕਿ ਜਿਹੜੀ ਗੱਲ ਸਾਡੇ ਬਾਬੇ ਨਾਨਕ ਨੇ ਕਹੀ ਸੀ ਕਿ ਸੱਚ ਸੁਣਾਏ ਸੀ ਸੱਚ ਕੀ ਬੇਲਾ, ਤੋ ਭਾਈ ਵੀਰ ਸਿੰਘ ਤੇ ਗੁਰਬਖਸ਼ ਸਿੰਘ ਜਿਹੜੇ ਨੇ ਉਹ ਸੱਚ ਦੀ ਵੇਲਾ ਉੱਤੇ ਸੱਚ ਨਹੀਂ ਸੁਣਾਉਂਦੇ। ਇਹ ਗੁਰਸ਼ਰਨ ਸਿੰਘ ਹੈ ਜਿਹੜਾ ਸੱਚ ਸੁਣਾਏ ਸੀ ਸੱਚ ਕੀ ਬੇਲਾ ਦੇ ਅਨੁਸਾਰ ਵਿਹਾਰ ਕਰਦਾ ਹੈ। ਔਰ ਭਾਵੇਂ 1969, 68, 70, 71 ਦਾ ਇਹ ਦੌਰ ਹੈਗਾ ਜਿਹਦੇ ਵਿੱਚ ਉਸ ਵੇਲੇ ਪੁਲਿਸ ਮੁਕਾਬਲੇ ਬਣਾ ਕੇ ਅਗਾਂਹ ਵਧੂ ਨੌਜਵਾਨਾਂ ਨੂੰ ਕਤਲ ਕੀਤਾ ਜਾ ਰਿਹਾ ਹੈ, ਤੇ ਉਦੋਂ ਵੀ ਉਹ ਆਪਣੀ ਆਵਾਜ਼ ਬੁਲੰਦ ਕਰਦਾ ਹੈ, ਆਪਣੀ ਲਿਖਤ ਦੇ ਰਾਹੀਂ, ਆਪਣੀ ਸੰਪਾਦਨਾ ਦੇ ਰਾਹੀਂ, ਆਪਣੀ ਨਾਟਕ ਕਲਾ ਦੇ ਰਾਹੀਂ। ਔਰ ਉਸ ਤੋਂ ਅਗਲਾ ਜਿਹੜਾ ਦੌਰ ਹੈ 15-16 ਸਾਲ ਦਾ ਪੰਜਾਬ ਦਾ ਸੰਕਟਕਾਲੀਨ ਕਾਲਾ ਦੌਰ ਜਿਹਨੂੰ ਅਸੀਂ ਆਖਦੇ ਹਾਂ, ਜਿਹਦੇ ਵਿੱਚ ਫਿਰਕੂ ਤਾਕਤਾਂ ਜਿਹੜੀਆਂ ਨੇ ਉਹ ਬੇਦੋਸ਼ੇ ਲੋਕਾਂ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਰਹੀਆਂ ਸਨ, ਹਿੱਟ ਲਿਸਟਾਂ ਵੱਢ ਰਹੀਆਂ ਸਨ। ਉਸ ਵੇਲੇ ਜਦੋਂ ਪੰਜਾਬ ਦੀ ਜਿਹੜੀ ਗੈਰਤ ਸੀ ਇੱਕ ਤਰੀਕੇ ਦੇ ਨਾਲ ਉਹ ਸੁੰਨ ਹੋ ਗਈ ਸੀ, ਸੌਂ ਗਈ ਸੀ, ਉਸ ਵੇਲੇ ਕੋਈ ਬੋਲਣ ਦੀ ਜ਼ਰੂਰਤ ਨਹੀਂ ਸੀ ਕਰਦਾ। ਇਹ ਗੁਰਸ਼ਰਨ ਸਿੰਘ ਹੀ ਸੀ ਜਿਹੜਾ ਦਰਬਾਰ ਸਾਹਿਬ ਦੇ ਸਾਹਮਣੇ ਹੋ ਕੇ ਤੇ ਹਿੱਟ ਲਿਸਟ ਨਾਂ ਦਾ ਇੱਕ ਛੋਟਾ ਨਾਟਕ ਖੇਡਦਾ ਹੈ, ਔਰ ਇਹ ਗੱਲ ਵੰਗਾਰ ਕੇ ਲੋਕ ਦੁਸ਼ਮਣ ਤਾਕਤਾਂ ਨੂੰ ਇਹ ਕਹਿ ਰਿਹਾ ਹੈ ਕਿ ਜੇ ਤੁਹਾਡੇ ਕੋਲ ਬਣੀ ਹੋਈ ਇੱਕ ਹਿੱਟ ਲਿਸਟ ਹੈਗੀ ਆ ਤਾਂ ਸਾਡੇ ਕੋਲ ਵੀ ਲੋਕ ਦੋਖੀਆਂ ਦੀ ਬਣੀ ਹੋਈ ਇੱਕ ਹਿੱਟ ਲਿਸਟ ਹੈਗੀ ਆ। ਤੋ ਕਹਿਣ ਤੋਂ ਮੇਰੀ ਮੁਰਾਦ ਇਹ ਹੈਗੀ ਕਿ ਵਕਤ ਦੇ ਸ਼ੇਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਝਾਕਣ ਦੀ ਦਲੇਰੀ ਸਰਦਾਰ ਗੁਰਬਖਸ਼ ਸਿੰਘ ਨੇ ਜਿਸ ਬੇਖੌਫ ਫਿਤਰਤ ਦੇ ਨਾਲ ਕੀਤੀ ਹੈ, ਇਹ ਪੰਜਾਬੀ ਜਨ ਜੀਵਨ ਦੇ ਵਿੱਚ, ਪੰਜਾਬੀ ਭੌਤਿਕ ਜੀਵਨ ਵਿੱਚ, ਪੰਜਾਬੀ ਦੇ ਸਾਹਿਤਕ ਸੱਭਿਆਚਾਰਕ ਜੀਵਨ ਵਿੱਚ ਬਹੁਤ ਹੀ ਅਨੋਖਾ ਤੇ ਮਾਣਯੋਗ ਵਰਤਾਰਾ ਸੀਗਾ। ਅਗਲੀ ਗੱਲ ਜਿਹੜੀ ਮੈਂ ਗੁਰਸ਼ਰਨ ਸਿੰਘ ਹੋਰਾਂ ਬਾਰੇ ਕਹਿਣੀ ਚਾਹਾਂਗਾ ਉਹ ਹੋਰ ਵੀ ਮਹੱਤਵ ਅਖਤਿਆਰ ਕਰਦੀ ਹੈ, ਉਹ ਇਹ ਹੈ
ਕਿ ਸਾਡੀਆਂ ਜਿਹੜੀਆਂ ਅਗਾਂਹ ਵਧੂ ਤਾਕਤਾਂ ਸਨ ਉਹਨਾਂ ਦਾ ਇਹ ਦੁਖਾਂਤ ਰਿਹਾ ਹੈ ਕਿ ਅਸੀਂ ਆਪਣੇ ਪੰਜਾਬ ਦੇ ਇਤਿਹਾਸ ਦੇ ਨਾਲ ਜਿਹੜਾ ਇਨਕਲਾਬੀ ਇਤਿਹਾਸ ਸੀ ਸਾਡਾ, ਇਹ ਵੱਖਰੀ ਗੱਲ ਹੈ ਕਿ ਉਹਦਾ ਮੁਹਾਵਰਾ ਧਾਰਮਿਕ ਸੀ ਉਸ ਵੇਲੇ, ਪਰ ਉਹ ਨੀਚਾਂ ਅੰਦਰ ਨੀਚ ਜ਼ਾਤ ਨੀਚੀ ਹੂੰ ਅਤ ਨੀਚ, ਜਦੋਂ ਗੁਰੂ ਨਾਨਕ ਸਾਹਿਬ ਇਹ ਗੱਲ ਕਹਿੰਦੇ ਨੇ ਤਾਂ ਇਹ ਕੋਈ ਸਧਾਰਨ ਗੱਲ ਨਹੀਂ ਕਹਿ ਰਹੇ। ਉਹ ਕਹਿੰਦੇ ਨੇ ਕਿ ਜਿਹੜੇ ਨੀਚ ਲੋਕ ਕਹੇ ਜਾਂਦੇ ਨੇ ਤਥਾ ਕਥਿਤ, ਉਹਨਾਂ ਦੇ ਵਿੱਚ ਵੀ ਜਿਹੜੀਆਂ ਨੀਵੀਆਂ ਜਾਤਾਂ ਹੈਗੀਆਂ ਨੇ, ਉਹ ਜਾਤ ਦਰ ਜਾਤ ਵੀ ਨੀਵੀਆਂ ਜਾਤਾਂ ਵਿੱਚ ਵੀ ਨੀਵੀਆਂ ਜਾਤਾਂ ਹੈਗੀਆਂ। ਤਾਂ ਕਹਿੰਦੇ ਨੇ ਨੀਵੀਆਂ ਜਾਤਾਂ ਵਿੱਚ ਵੀ ਜਿਹੜੀਆਂ ਨੀਵੀਆਂ ਜਾਤਾਂ ਨੇ, ਔਰ ਉਹਨਾਂ ਵਿੱਚ ਵੀ ਸਭ ਤੋਂ ਜਿਹੜੀ ਨੀਵੀਂ ਜਾਤ ਹੈ, ਮੈਂ ਆਪਣੇ ਆਪ ਨੂੰ ਉਹਨਾਂ ਦੇ ਨਾਲ ਆਇਡੈਂਟੀਫਾਈ ਕਰਦਾ ਹਾਂ, ਮੈਂ ਆਪਣੇ ਆਪ ਨੂੰ ਉਹਨਾਂ ਦੇ ਨਾਲ ਜੋੜਦਾ ਹਾਂ ਅਤੇ ਉਹਨਾਂ ਦੇ ਨਾਲ ਜੋੜ ਕੇ ਉਹਨਾਂ ਦੀ ਧਿਰ ਬਣ ਕੇ ਉਹ ਆਪਣੀ ਲੜਾਈ ਲੜਦੇ ਨੇ। ਤੋ ਸਾਰਾ ਸਾਡਾ ਜਿਹੜਾ ਇਤਿਹਾਸ ਹੈਗਾ ਹੈ, ਇਹ ਉਹਨਾਂ ਲਿਤੜੇ ਹੋਏ ਦਲੇ ਮਲੇ ਦੱਬੇ ਕੁਚਲੇ ਲੋਕਾਂ ਦਾ ਇਤਿਹਾਸ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਦੇ ਮਾਧਿਅਮ ਦੇ ਰਾਹੀਂ ਲੰਘਦਾ ਹੋਇਆ ਬੰਦੇ ਬਹਾਦਰ ਦੇ ਦੌਰ ਵਿੱਚ ਪ੍ਰਵੇਸ਼ ਕਰਦਾ ਹੈ, ਔਰ ਉਹਦੇ ਵਿੱਚ ਸਿੱਖੀ ਇੱਕ ਸਿਖਰ ਤੇ ਪਹੁੰਚ ਕੇ ਜਗੀਰਦਾਰੀ ਦਾ ਜਿਹੜਾ ਨਾਸ਼ ਹੈ ਉਹਨੂੰ ਕਰਨ ਵਾਲੇ ਪਾਸੇ ਵੱਧਦੀ ਹੈ, ਔਰ ਪੰਚਾਇਤੀ ਰਾਜ ਦੀ ਜਿਹੜੀ ਸਥਾਪਨਾ ਇੱਕ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਕਰ ਗਏ ਸਨ, ਉਹਦਾ ਇੱਕ ਰੂਪ ਜਿਹੜਾ ਅੱਗੇ ਜਾ ਕੇ ਇਖਤਿਆਰ ਕਰਦੀ ਹੈ। ਤੋ ਇਹ ਗੁਰਸ਼ਰਨ ਸਿੰਘ ਸੀ ਜਿਨ੍ਹਾਂ ਸਾਡੇ ਪੰਜਾਬ ਦੇ ਇਸ ਸਜਿੰਦ ਇਤਿਹਾਸ ਨੂੰ ਆਪਣੀ ਨਾਟਕ ਕਲਾ ਦੇ ਰਾਹੀਂ ਲੋਕਾਂ ਤੱਕ ਪਹੁੰਚਾਇਆ, ਔਰ ਅੱਜ ਦਾ ਜਿਹੜਾ ਸਾਡਾ ਇਨਕਲਾਬੀ ਇਤਿਹਾਸ ਹੈ ਇਸ ਦੇ ਨਾਲ ਇਹਨੂੰ ਜੋੜਨ ਦੀ ਕੋਸ਼ਿਸ਼ ਕੀਤੀ। ਸਾਡਾ ਦੁਖਾਂਤ ਇਹ ਰਿਹਾ ਹੈ ਕਿ ਅਸੀਂ ਆਪਣੇ ਉਸ ਸਜਿੰਦੇ ਇਤਿਹਾਸ ਦੇ ਨਾਲੋਂ ਟੁੱਟੇ ਰਹੇ ਹਾਂ, ਔਰ ਟੁੱਟੇ ਰਹਿਣ ਕਰਕੇ ਆਮ ਲੋਕਾਂ ਤੱਕ ਸਾਡਾ ਜਿਹੜਾ ਸੀ ਉਹ ਰਾਬਤਾ ਨਹੀਂ ਬਣ ਸਕਿਆ, ਔਰ ਸਾਡੀਆਂ ਲਹਿਰਾਂ ਜਿਹੜੀਆਂ ਸੀ ਉਹ ਜ਼ੋਰ ਨਹੀਂ ਫੜ ਸਕੀਆਂ। ਤੋ ਇਹ ਵੀ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਦੀ ਸੋਚ ਦਾ ਇੱਕ ਬਹੁਤ ਵੱਡਾ ਮਹੱਤਵਪੂਰਨ ਸਕਾਰਾਤਮਕ ਪੱਖ ਹੈ, ਜਿਹਦੇ ਵੱਲ ਮੈਂ ਧਿਆਨ ਦਿਵਾਉਣਾ ਚਾਹੁੰਦਾ। ਔਰ ਮੈਨੂੰ ਇਹ ਕਹਿਣ ਵਿੱਚ ਵੀ ਖੁਸ਼ੀ ਤੇ ਮਾਣ ਹੈ ਕਿ ਆਪਣੀ ਜ਼ਿੰਦਗੀ ਦੇ ਪਿਛਲੇ ਸਾਲਾਂ ਦੇ ਵਿੱਚ ਉਹ ਇਸ ਗੱਲ ਦੇ ਬਾਰੇ ਬਹੁਤ ਚਿੰਤਾਸ਼ੀਲ ਸਨ ਤੇ ਚਿੰਤਨਸ਼ੀਲ ਵੀ ਸਨ ਕਿ ਸਾਡੀ ਜਿਹੜੀ ਔਰਤ ਹੈਗੀ ਆ ਉਹਨੂੰ ਜਿਸ ਤਰ੍ਹਾਂ ਦਾ ਮਾਣ ਸਨਮਾਨ ਸਾਡੇ ਸਮਾਜ ਵਿੱਚ ਮਿਲਣਾ ਚਾਹੀਦਾ ਹੈ, ਅਸੀਂ ਉਹਨਾਂ ਨੂੰ ਉਹ ਸਨਮਾਨ ਨਹੀਂ ਦਿੱਤਾ। ਤੋ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਗੁਰਸ਼ਰਨ ਸਿੰਘ ਜਿਹੜੇ ਨੇ ਉਹ ਇੱਕ ਤਰੀਕੇ ਦੇ ਪੰਜਾਬੀ ਸਾਹਿਤਕ ਸੱਭਿਆਚਾਰਕ ਜੀਵਨ ਦੇ ਵਿੱਚ ਚੌਮੁਖੀਏ ਦੀਵੇ ਵਾਂਗ ਬਲੇ, ਔਰ ਨਾਟਕ ਕਲਾ ਦੇ ਖੇਤਰ ਵਿੱਚ ਅਸੀਂ ਸਾਰੇ ਜਾਣਦੇ ਹਾਂ, ਮੇਰੇ ਕਹਿਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿ ਕਿਵੇਂ ਉਹਨਾਂ ਨੇ ਨਾਟਕ ਨੂੰ ਪਿੰਡ ਪਿੰਡ ਪਹੁੰਚਾਇਆ, ਘਰ ਘਰ ਪਹੁੰਚਾਇਆ, ਲੋਕਾਂ ਤੱਕ ਪਹੁੰਚਾਇਆ, ਔਰ ਇੱਕ ਲਹਿਰ ਬਣਾ ਦਿੱਤੀ ਕਿ ਅੱਜ ਦਰਜਨਾਂ ਹੀ ਨਾਟਕ ਟੋਲੀਆਂ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੇ ਜਿਹੜਾ ਦਿਖਾਇਆ ਹੋਇਆ ਰਸਤਾ ਸੀ ਉਹਦੇ ਉੱਤੇ ਚੱਲ ਕੇ ਕਾਰਜਸ਼ੀਲ ਨੇ, ਗਤੀਸ਼ੀਲ ਨੇ, ਔਰ ਉਹਨਾਂ ਦੀ ਜਿਹੜੀ ਜਗਾਈ ਹੋਈ ਜੋਤ ਹੈ ਉਸ ਨੂੰ ਪਿੰਡ ਪਿੰਡ ਘਰ ਘਰ ਪਹੁੰਚਾਉਣ ਦੇ ਵਾਸਤੇ ਲਗਾਤਾਰ ਯਤਨਸ਼ੀਲ ਹੈਗੀਆਂ ਨੇ। ਤੋ ਗੁਰਸ਼ਰਨ ਸਿੰਘ ਨੇ ਜਿੱਥੇ ਨਾਟਕ ਕਲਾ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ, ਇਤਿਹਾਸਕ ਯੋਗਦਾਨ ਪਾਇਆ, ਉੱਥੇ ਦੂਜੇ ਪਾਸੇ ਨਾਲ ਦੇ ਨਾਲ ਇੱਕ ਲੇਖਕ ਦੇ ਤੌਰ ਤੇ ਵੀ ਬਹੁਤ ਵੱਡਾ ਰੋਲ ਹੈ। ਉਹਨਾਂ ਨੇ ਖੁਦ ਨਾਟਕ ਲਿਖੇ, ਨਾਟਕਾਂ ਦੀ ਨਿਰਦੇਸ਼ਨਾ ਕੀਤੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ, ਔਰ ਇੱਕ ਵੱਖਰੀ ਤਰ੍ਹਾਂ ਦਾ ਨਾਟਕ ਜਿਹੜਾ ਸੀ ਉਹ ਲਿਖਣ ਦੀ ਉਹਨਾਂ ਨੇ ਪਿਰਤਬਾਜੀ ਦੇ ਵਿੱਚ ਇੱਕ ਸੁਨੇਹਾ ਹੈਗਾ ਲੋਕਾਂ ਤੱਕ ਆਪਣੀ ਗੱਲ ਨੂੰ ਲੈ ਕੇ ਜਾਣ ਦਾ, ਔਰ ਉਹਨਾਂ ਦੀ ਚੇਤਨਾ ਨੂੰ ਜਿਹੜਾ ਹੈ ਉਹ ਜਾਗਰਤ ਕਰਨ ਦਾ। ਇਸ ਤੋਂ ਇਲਾਵਾ ਸੰਪਾਦਨਾ ਦੇ ਖੇਤਰ ਵਿੱਚ ਉਹਨਾਂ ਨੇ ਸਰਦਲ ਤੇ ਉਸ ਤੋਂ ਬਾਅਦ ਸਮਤਾ ਨਾਂ ਦੇ ਮੈਗਜ਼ੀਨ ਕੱਢੇ, ਔਰ ਉਹਨਾਂ ਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਮਹੱਤਵਪੂਰਨ ਵਿਦਵਾਨਾਂ ਦੀਆਂ ਜਿਹੜੀਆਂ ਡਿਸਕਸ਼ਨ ਸਨ ਉਹ ਛਾਪੀਆਂ, ਨਾਲ ਦੇ ਨਾਲ ਉਹਨਾਂ ਨੇ ਬਹੁਤ ਅਗਾਂਹ ਵਧੂ ਸਾਹਿਤ ਛਾਪਿਆ, ਔਰ ਨਾਲ ਹੀ ਇੱਕ ਹੋਰ ਵੱਡੀ ਗੱਲ ਜਿਹੜੀ ਸੀ ਉਹ ਪ੍ਰਕਾਸ਼ਨਾਂ ਦੇ ਖੇਤਰ ਵਿੱਚ ਉਹਨਾਂ ਨੇ ਕਰਕੇ ਦਿਖਾਈ। ਬਲਰਾਜ ਸਾਹਨੀ ਯਾਦਗਾਰੀ ਪੁਸਤਕਾਲਾ ਜਿਹੜਾ ਹੈ ਉਹਦੇ ਮਾਧਿਅਮ ਦੇ ਰਾਹੀਂ ਉਹਨਾਂ ਨੇ ਜਿਹੜੇ ਸਾਡੇ ਇਸ ਦੌਰ ਦੇ ਨਾਮਵਰ ਲੇਖਕ ਨੇ, ਜਿਹੜੇ ਬਾਅਦ ਵਿੱਚ ਬਹੁਤ ਵੱਡਾ ਜਿਨ੍ਹਾਂ ਨੇ ਨਾਂ ਕਮਾਇਆ, ਉਹਨਾਂ ਨੂੰ ਪਹਿਲੀ ਵਾਰ ਛਾਪਣ ਦਾ ਸਿਹਰਾ ਜਿਹੜਾ ਹੈ ਉਹ ਵੀ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਨੂੰ ਜਾਂਦਾ ਹੈ, ਕਿਉਂਕਿ ਇਹ ਕੋਈ ਦੌਰ ਹੁੰਦਾ ਹੈ, ਕੋਈ ਮੌਕਾ ਹੁੰਦਾ ਜਦੋਂ ਕਿਸੇ ਲੇਖਕ ਨੂੰ ਪ੍ਰੋਜੈਕਟ ਕਰਨ ਦੇ ਵਾਸਤੇ ਕੋਈ ਪ੍ਰਕਾਸ਼ਕ ਜਿਹੜਾ ਹੈ ਉਹਨੂੰ ਮੌਕਾ ਦਿੰਦਾ ਹੈ, ਔਰ ਉਸ ਵੇਲੇ ਉਹ ਕਲਿੱਕ ਕਰ ਜਾਂਦਾ ਹੈ। ਤੋ ਪਾਸ਼ ਨੂੰ, ਸੰਤ ਸੰਧੂ ਨੂੰ,
ਇਹ ਦੋਵੇਂ ਜਿਹੜੇ ਲੇਖਕ ਨੇ ਇਹ ਸਭ ਤੋਂ ਪਹਿਲਾਂ ਬਲਰਾਜ ਸਾਹਨੀ ਪੁਸਤਕਾਲਾ ਜਿਹੜਾ ਸੀ ਉਹਦੇ ਬੈਨਰ ਦੇ ਹੇਠਾਂ ਇਹ ਪੁਸਤਕਾਂ ਛਾਪੀਆਂ ਔਰ ਇਹਨਾਂ ਦੀ ਵਿਆਪਕ ਪ੍ਰਵਾਨਗੀ ਜਿਹੜੀ ਸੀ ਮਿਲੀ। ਉਸ ਤੋਂ ਬਾਅਦ ਮੈਂ ਖੁਦ ਸਰਦਾਰ ਗੁਰਬਖਸ਼ ਸਿੰਘ ਉਹਨਾਂ ਤੇ ਗੁਰਸ਼ਰਨ ਸਿੰਘ ਉਹਨਾਂ ਦਾ ਦੇਣਦਾਰ ਹਾਂ ਕਿ ਉਹਨਾਂ ਨੇ ਮੇਰੀ ਲੋਹੇ ਦੇ ਹੱਥ ਨਾਂ ਦੀ ਜਿਹੜੀ ਕਹਾਣੀਆਂ ਦੀ ਪਹਿਲੀ ਕਿਤਾਬ ਸੀ ਉਹਨਾਂ ਨੇ ਛਾਪੀ। ਤੋਂ ਪ੍ਰਕਾਸ਼ਨਾਂ ਦੇ ਖੇਤਰ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਅਸੀਂ ਗਿਣ ਸਕਦੇ ਹਾਂ ਕਿ ਸਸਤੇ ਮੁੱਲ ਉੱਤੇ ਥਾਂ ਥਾਂ ਤੇ ਜਾ ਕੇ ਉਹ ਜਿਹੜੀਆਂ ਕਿਤਾਬਾਂ ਸੀ ਉਹਨਾਂ ਨੇ ਵੇਚੀਆਂ, ਛਾਪੀਆਂ ਔਰ ਪ੍ਰੋਗਰੈਸਿਵ ਸਾਹਿਤ ਜਿਹੜਾ ਹੈ, ਪੰਜਾਬੀ ਦਾ ਅਗਾਂਹ ਵਧੂ ਸਾਹਿਤ ਜਿਹੜਾ ਹੈ, ਉਹਨੂੰ ਉਹਨਾਂ ਨੇ ਆਮ ਲੋਕਾਂ ਤੱਕ ਪਹੁੰਚਾਉਣ ਦਾ, ਸਸਤੇ ਮੁੱਲ ਤੇ ਪਹੁੰਚਾਉਣ ਦਾ ਜਿਹੜਾ ਸੀ ਬਹੁਤ ਵੱਡਾ ਚਾਰਾ ਕੀਤਾ। ਬਹੁਤ ਅਰਸਾ ਗੁਜ਼ਰਿਆ ਹੈ ਉਹ ਫਿਰ ਵੀ ਯਾਦ